ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ, ਕੁੱਲ ਸੰਸਾਰ ਦੇ ਵਿੱਚ ਜਿੱਥੇ ਵੀ ਅੱਜ ਬੈਠੇ ਹੋ ਆਪ ਜੀ, ਅੱਜ ਦਾ ਇੱਕ ਬੜਾ ਵੱਡਾ ਮਹਾਨ ਦਿਨ ਹੈ। ਅੱਜ ਦਾ ਉਹ ਦਿਨ ਹੈ ਜਿੱਥੋਂ ਸਿੱਖੀ ਨੂੰ ਇੱਕ ਨਵਾਂ ਰਾਹ ਮਿਲਿਆ ਸੀ। ਸਿੱਖੀ ਦਾ ਇੱਕ ਅਜਿਹਾ ਸੂਰਜ ਚੜ੍ਹਿਆ ਜਿਹੜਾ ਸਦੀਆਂ ਤੱਕ ਉਸੇ ਤਰ੍ਹਾਂ ਆਪਣਾ ਜਿਹੜਾ ਪ੍ਰਕਾਸ਼ ਹੈ ਉਹ ਪ੍ਰਚੰਡ ਕਰ ਰਿਹਾ ਹੈ। ਦਿਨ ਦਾ ਚੜ੍ਹਿਆ ਸੂਰਜ ਸ਼ਾਮ ਨੂੰ ਢਲ ਜਾਂਦਾ ਹੈ। ਕਈ ਵਾਰੀ ਬੱਦਲਾਂ ਦੀ ਚਪੇਟ ਵਿੱਚ ਕਾਫੀ ਸਮਾਂ ਦਿਸਦਾ ਨਹੀਂ, ਪਰ ਜਿਹੜਾ ਜੇਠ ਸੁਦੀ ਚੌਥ ਸੰਮਤ 1662 ਨੂੰ ਲਾਹੌਰ ਦੀ ਧਰਤੀ ਦੇ ਅੰਦਰ ਤੱਤੀ ਤਵੀ ਤੇ ਬੈਠ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪਾਵਨ ਜਿਸਮ ਔਰ ਲਹੂ ਦੇ ਨਾਲ ਇਹ ਸੂਰਜ ਚਾੜਿਆ, ਇਹਦਾ ਚਾਨਣਾ ਸਦਾ ਇਸ ਦੁਨੀਆ ਤੇ ਪ੍ਰਕਾਸ਼ ਰਹੇਗਾ। ਅੱਜ ਉਹ ਦਿਨ ਹੈ ਜਿਹਨੂੰ ਸਾਡੇ ਇਤਿਹਾਸ ਦੇ ਗ੍ਰੰਥਾਂ ਨੇ ਜ਼ਿਕਰ ਕੀਤਾ ਕਿ ਮਿਲ ਸੰਗਤ ਬੇਬਾਨ ਬਣਾਇਆ, ਅਖੰਡ ਕੀਰਤਨ ਸਤਿਗੁਰ ਗੁਣ ਗਾਇਆ, ਕਰ ਇਸ਼ਨਾਨ ਕਰਾਏ ਤਨ ਦਿਆਲ, ਇਸ਼ਨਾਨ ਕਰਾਇਆ ਪਹਿਰਾਏ ਵਸਤਰ ਪਾਵਨ ਤਹਿਕਾਲ, ਐਰਾਵਤੀ ਨਦੀ ਪਰ ਲਿਆਏ ਚੰਦਨ ਚਿਥਾ ਪਰ ਆਨ ਰਖਾਏ, ਤਹ ਸਮੇਂ ਕੀਆ ਸੰਸਕਾਰ ਤੀਨ ਲੋਕ ਭਈ ਜੈ ਜੈਕਾਰ। ਅੱਜ ਦਾ ਉਹ ਦਿਨ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੋਤੀ ਜੋਤ ਸਮਾਏ ਸ਼ਹਾਦਤ ਦੇ ਕੇ ਮਹਿਮਾ ਪ੍ਰਕਾਸ਼ ਦਾ ਕਰਤਾ ਕਹਿੰਦਾ ਹੈ ਕਿ 3 ਲੋਕਾਂ ਦੇ ਵਿੱਚ ਜੈ ਜੈਕਾਰ ਹੋਈ। ਔਰ ਇਸ ਸਮੇਂ ਨੂੰ ਭਾਈ ਗੁਰਦਾਸ ਸਾਹਿਬ ਜੀ ਇੱਕ ਆਪਣਾ ਅਨੁਭਵ ਸਾਂਝਾ ਕਰਦੇ ਨੇ। ਭਾਈ ਗੁਰਦਾਸ ਕਹਿੰਦੇ ਨੇ, ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉ ਭੀਰ ਪਈ ਚਿਤ ਅਬਰ ਨ ਆਣੀ, ਕਹਿੰਦੇ ਚਰਨ ਕਮਲ ਮਿਲ ਭਵਰ ਜਿਉ ਸੁਖ ਸੰਪਟ ਰਹਿਣ ਬਿਹਾਣੀ, ਗੁਰ ਉਪਦੇਸ਼ ਨਾ ਬੀਸਰੈ ਬਾਹ ਵੀ ਹੈ ਜੋ ਆਖ ਬਖਾਣੀ, ਗੁਰਮੁਖ ਸੁਖ ਫਲ ਪ੍ਰੇਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ, ਗੁਰ ਅਰਜਨ ਵਿਟ ਹੋ ਕੁਰਬਾਣੀ। ਭਾਈ ਗੁਰਦਾਸ ਜੀ ਦੀ ਇਸ ਵਾਰ ਦਾ ਜ਼ਿਕਰ ਇਤਿਹਾਸਕਾਰ ਔਰ ਪ੍ਰਚਾਰਕ ਇਹ ਮੰਨਦੇ ਨੇ ਕਿ ਇਹ ਉਸ ਵਕਤ ਦਾ ਇਸ਼ਾਰਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦਾ ਸਰੀਰ ਪਾਣੀ ਦੇ ਵਿੱਚ ਉਬਾਲਿਆ ਗਿਆ, ਜਿਨ੍ਹਾਂ ਦੇ ਸਰੀਰ ਤੇ ਤੱਤੀ ਰੇਤ ਕਰਕੇ ਸੀਸ ਵਿੱਚ ਪਾਈ ਗਈ, ਜਿਨ੍ਹਾਂ ਦੇ ਸਰੀਰ ਨੂੰ ਅੱਜ ਦੇ ਦਿਨ ਤੱਤੀ ਤਵੀ ਦਾ ਸੇਕ ਝੱਲਣਾ ਪਿਆ, ਪਰ ਇੰਨਾ ਕੁਛ ਦੁਖਦਾਈ ਸਮੇਂ ਦੇ ਵਿੱਚ ਵੀ ਸਰੀਰ ਦੇ ਉੱਤੇ ਬਹੁਤ ਵੱਡਾ ਕਸ਼ਟ ਹੈ। ਜੇ ਸੁਖ ਦੇਹ ਤਾਂ ਤੁਝ ਹੈ ਇਰਾਦੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ। ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਬਾਣੀ ਦੀਆਂ ਇਹਨਾਂ ਤੁਕਾਂ ਤੇ ਇਹਨਾਂ ਨੂੰ ਪ੍ਰਤੱਖ ਰੂਪਮਾਨ ਕਰਕੇ ਸੰਸਾਰ ਦੇ ਸਾਹਮਣੇ ਦ੍ਰਿਸ਼ਟਮਾਨ ਕੀਤਾ। ਭਾਈ ਗੁਰਦਾਸ ਕਹਿੰਦੇ, ਜਿਵੇਂ ਮੱਛਲੀ ਪਾਣੀ ਵਿੱਚ ਰਹਿੰਦੀ ਹੈ, ਗੁਰੂ ਅਰਜਨ ਦੇਵ ਮਹਾਰਾਜ ਦੀ ਬਿਰਤੀ ਨਾਮ ਦੇ ਰਸ ਵਿੱਚ ਸਦਾ ਹੀ ਲੀਨ ਰਹੀ। ਭਾਈ ਗੁਰਦਾਸ ਕਹਿੰਦੇ, ਜਿਵੇਂ ਪਤੰਗਾ ਚਾਨਣੇ ਤੇ ਆ ਕੇ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਇਉਂ ਧਰਮ ਲਈ ਕੁਰਬਾਨ ਹੋ ਗਏ। ਭਾਈ ਗੁਰਦਾਸ ਕਹਿੰਦੇ, ਜਿਵੇਂ ਮਿਰਗ ਕੜਹੰਸੇ ਦੀ ਆਵਾਜ਼ ਦੇ ਰਸ ਦੇ ਵਿੱਚ ਭਾਵੇਂ ਉਹਦੇ ਤੇ ਕਿੱਡੀ ਭੀੜ ਆ ਜਾਵੇ, ਆਪਣੇ ਚਿੱਤ ਵਿੱਚ ਉਸ ਗੱਲ ਨੂੰ ਆਉਣ ਨਹੀਂ ਦਿੰਦਾ, ਮਗਨ ਰਹਿੰਦਾ ਸ਼ਬਦ ਦੇ ਵਿੱਚ। ਤੇ ਭਾਈ ਗੁਰਦਾਸ ਕਹਿੰਦੇ, ਗੁਰੂ ਅਰਜਨ ਦੇਵ ਮਹਾਰਾਜ ਇਉਂ ਗੁਰਬਾਣੀ ਵਿੱਚ ਲੀਨ ਰਹੇ ਇਸ ਭਿਆਨਕ ਤੇ ਔਖੇ ਸਮੇਂ ਦੇ ਵਿੱਚ। ਭਾਈ ਗੁਰਦਾਸ ਕਹਿੰਦੇ, ਜਿਵੇਂ ਭੌਰਾ ਫੁੱਲਾਂ ਦੇ ਅੰਦਰ ਸਮਾ ਜਾਂਦਾ ਹੈ, ਫੁੱਲ ਬੰਦ ਹੋ ਜਾਂਦਾ ਹੈ, ਪਰ ਆਪਣੇ ਆਪ ਨੂੰ ਦੁਖੀ ਮਹਿਸੂਸ ਨਹੀਂ ਕਰਦਾ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਮਹਾਰਾਜ ਨੇ ਕਦੇ ਦੁਖੀ ਮਹਿਸੂਸ ਨਹੀਂ ਕੀਤਾ। ਭਾਈ ਗੁਰਦਾਸ ਕਹਿੰਦੇ, ਇੰਨਾ ਸਮਾਂ ਬੀਤਣ ਤੋਂ ਬਾਅਦ ਬਲਿਹਾਰੇ ਜਾਵਾਂ ਗੁਰੂ ਅਰਜਨ ਸਾਹਿਬ ਮਹਾਰਾਜ ਮੈਂ ਤੁਹਾਤੋਂ, ਕਿ ਜਿਵੇਂ ਬਬੀਹਾ ਆਪਣੇ ਸਮੇਂ ਤੇ ਆਵਾਜ਼ ਦਿੰਦਾ ਹੈ, ਤੁਸੀਂ ਆਪਣੇ ਸਿੱਖਾਂ ਨੂੰ ਆਤਮਿਕ ਉਪਦੇਸ਼ ਦੇਣਾ ਨਹੀਂ ਭੁੱਲੇ, ਆਤਮਿਕ ਉਪਦੇਸ਼ ਦੇਣਾ ਵਿਸਾਰਿਆ ਨਹੀਂ, ਗੁਰ ਉਪਦੇਸ਼ ਨਾ ਬੀਸਰੈ ਬਾਹ ਵੀ ਹੈ ਜੋ ਆਖ ਬਖਾਣੀ। ਮੈਂ ਕੁਰਬਾਨ ਜਾਨਾ ਗੁਰੂ ਅਰਜਨ ਸਾਹਿਬ ਮਹਾਰਾਜ ਤੁਹਾਤੋਂ। ਕਿਸੇ ਸ਼ਾਇਰ ਕਿਹਾ
चारे तरफ अग बरसे सेक सी तन साड़दा, छाले छाले जुस्सा हो गया सच्ची सरकार दा। साईं पीर मियाँ मीर डिठा हाल अजबजार दा, हो व्याकुल रो उठिया चीके ते धाही मारदा। तक कहा सतगुरु पीर मियाँ मीर, छोड़ो प्रीति चाम से, क्या हुआ तन तप रहा है, हम तो शांत है हरि नाम से। कदे गुरु साहब जी दे इस वरते अज दे दिन कहर ते लाहौर शहर दियां औरतां एक दूजे दे कंन दे विच आवाज़ां दे दे के कहंदियां ने, सहेली कहे सुन भैणे मैं तो दुख दी बात न कही जावे, तत्ती तवी ते बैठा गुरु अर्जन, तत्ती रेत सीस विच पई जावे। वो अज दा दिन सी, एक कहर दा दिन सी, पर गुरु अर्जन देव महाराज ने एक कहर अपने शरीर ते हंडा के इस संसार नूं धर्म की आण, धर्म की रखिया, धर्म की परिभाषा का एक ज्ञान, एक पाठ दिता, जितों सदियां तक भी अज सिख अरदास करदा है। जिन्हां ਸਿੰਘਾਂ ਸਿੰਘੜੀਆਂ ने धर्म हेस की सीस दिते, बंद बंद कटाए, खोपरियां लहाइयां, चरखड़ियां ते चढ़े, तन आरियां नाल चराए, गुरुद्वारियां की सेवा लई कुर्बानियां कीतियां, पर धर्म नहीं हारिया। ये धर्म ना हारन की ताकीद, धर्म ना हारन दा रस्ता, धर्म ना हारन दा उपदेश, धर्म ना हारन दे ये पूरने जिहड़े सी, वो जेठ सुदी चौथ नूं श्री गुरु अर्जन देव महाराज साहब सच्चे पातशाह ने अज दे दिन, धन गुरु अर्जन देव महाराज सच्चे पातशाह ने अपनी शहादत दे के संसार ते कायम कीते। गुरु खालसा जी गुरु अर्जन देव महाराज जिन्हां दी शहादत दे कुछ अंश जिहड़े ने मैं तुहाडे सामने रखण लगा। गुरु साहब जी नूं शहीद क्यों किया गया, इहदे विच अनेकां कारण ने, पर सब तो वड्डा कारण मौके दा बादशाह जहांगीर है। पर कुछ इतिहास दे पन्नियां ते कुछ ऐसा उल्ला बनिया कि जहांगीर दी बजाए दुनिया दे उत्ते सदियां तक चंदू ही गुरु साहब की शहादत का मुख दोषी बनया रहा। गुरु साहब का भरा प्रिथी चंद ही दोषी बनया रहा। दोनों दोषी हैं, पर उड्डे वड्डे नहीं जिड्डा वड्डा जहांगीर है। क्योंकि जे चंदू ते बाबे प्रिथीए की गल करिए, प्रिथीए का झगड़ा भरावां वाला झगड़ा है। सरकारां दे कोल भरावां दे मुकदमे अज तक भी चलते हैं, पर कदे ऐसा नहीं हुंदा कि एक भरा नूं इन्नी भयानक सज़ा दित्ती जावे। किसे नाल धक्का हो सकता है। जे संगत दे कहण ते गुरु साहब जी ने चंदू की लड़की का रिश्ता छड्ड दिता, ये कोई पहली घटना नहीं सी इस संसार ते वरती कि गुरु अर्जन देव महाराज साहब जी ने ही पहला ये रिश्ता छड्डिया। इस दुनिया ते रिश्ते बनते, रिश्ते छुटते आए, ये चलदा रहा। इसलिए ये गल भी एडी जुड़दी नहीं, पर ये दो कारण सन जिहड़े कि गुरु साहब जी दे मुੱਢ कदीमों इन्हां ने वैर समय समय ते गुरु साहब जी दे नाल कमाया। असल विच एक वड्डा कारण जिहड़ा है वो अहमद सरहंदी एक पीर होया इस्लाम दा, जिहदी वड्डी मानता सी राज भाग दे अंदर। अकबर बादशाह बड़ा सियाणा सी, गुरु घर दा सेवक सी। वो जहांगीर नूं अयाश किस्म दा राजा समझ के इहनूं अपनी गद्दी नहीं सी देनी चाहुंदा, वो अपने पोतरे खुसरो नूं देनी चाहुंदा सी। जहांगीर ने बंगाल विच जाके बगावत की, पीर सरहंदी नाल मेल होया। इहने उहदा मिहनत ताला कीता कि पीर जी, पीरां दी गल उस वक्त राज भाग दे विच मोड़ी नहीं सी जांदी कि मैनूं गद्दी लैके दे। सरहंदी पीर ने कहा, जे मैं तैनूं गद्दी लैके दे दियां, उहदे बदले विच तू की करेंगा? कहंदे जी जो कहो। वो कहंदा मेरी शर्त है कि गुरु नानक दे घर नूं बंद करना है। ये सौदा होया बंगाल विच बैठ के जहांगीर ते सरहंदी, अहमद सरहंदी पीर दा। असल दे विच जहांगीर इस मौके की भाल दे विच सी। जहांगीर दा पुत्र खुसरो बागी होया। आगरे तो उहदा पिछा करदा जहांगीर आ रहा है। सोधरे दे पत्तन ते आके वो फड़िया गया। ये सच है कि खुसरो गुरु साहब नूं मिलना चाहुंदा सी, पर मिलाप नहीं होया। ये जिक्र भाई वीर सिंह सिख पंथ दे विद्वान उन्होंने कीता। पर हुण जदों खुसरो पकड़िया गया, मारिया गया,
ਉਦੋਂ ਫਿਰ ਚੰਦੂ ਨੇ, ਮਿਹਰਬਾਨ ਨੇ ਤੇ ਇਹ ਮੌਕਾ ਤਾੜ ਕੇ ਕੁਝ ਉਸ ਕਿਸਮ ਦੇ ਕਾਜ਼ੀਆਂ ਨੇ ਜਿਨ੍ਹਾਂ ਦੇ ਅੰਦਰ ਗੁਰੂ ਘਰ ਦੇ ਪ੍ਰਤੀ ਬੜਾ ਵੱਡਾ ਸਾੜਾ ਸੀ, ਕਿਉਂਕਿ ਗੁਰੂ ਘਰ ਦੇ ਲਈ ਉਹ ਸੋਚਦੇ ਸਨ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਹਰਮੰਦਰ ਸਾਹਿਬ ਦੇ ਰੂਪ ਦੇ ਵਿੱਚ ਇੱਕ ਐਸਾ ਤੀਰਥ ਬਣਾ ਦਿੱਤਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਇੱਕ ਐਸਾ ਗ੍ਰੰਥ ਤਿਆਰ ਕਰ ਦਿੱਤਾ ਜਿਹਦੇ ਵਰਗਾ ਕੋਈ ਗ੍ਰੰਥ ਨਹੀਂ। ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੀ ਸਹਿਬਾਰਾ ਜੀਓ। ਤੋ ਇਸ ਲਈ ਇਸ ਤੋਂ ਪਹਿਲਾਂ ਕਿ ਕੋਈ ਗੁਰੂ ਅਰਜਨ ਦੇਵ ਮਹਾਰਾਜ ਕੋਈ ਹੋਰ ਵੱਡੀ ਇਹੋ ਜਿਹੀ ਖੇਡ ਸੰਸਾਰ ਤੇ ਪੈਦਾ ਕਰਨ ਜਿਹਦੇ ਨਾਲ ਸਮੁੱਚੀ ਲੁਕਾਈ ਗੁਰੂ ਘਰ ਦੀ ਸੇਵਕ ਬਣ ਜਾਏ, ਇਸ ਲਈ ਹੁਣ ਮੌਕਾ ਹੈ। ਇਹ ਮੌਕਾ ਤਾੜ ਕੇ ਗੁਰੂ ਸਾਹਿਬ ਤੇ ਦੋਸ਼ ਲਾ ਕੇ ਇਹ ਤਲਵਾਨਾ ਭੇਜਿਆ ਗਿਆ। ਗੁਰੂ ਸਾਹਿਬ ਜਾਣਦੇ ਸਨ ਉਸ ਵਕਤ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ਼ਾਰਾ ਕਰਕੇ ਔਰ ਬਾਬਾ ਬੁੱਢਾ ਸਾਹਿਬ ਜੀ ਦਾ ਸਦਾ ਸਤਿਕਾਰ ਦੇ ਲਈ ਪਾਬੰਦ ਕਰਕੇ 5 ਸਿੱਖ, ਭਾਈ ਪੈੜਾ, ਭਾਈ ਪੁਰਾਣਾ, ਭਾਈ ਪਰਾਗਾ, ਭਾਈ ਲੰਗਾਹਾ ਅਤੇ ਭਾਈ ਬਿਧੀ ਚੰਦ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲਾਹੌਰ ਗਏ। ਰਾਤ ਰੁਕੇ ਤੇ ਦਰਬਾਰ ਦੇ ਵਿੱਚ ਦੂਸਰੇ ਦਿਨ ਸੱਚੇ ਪਾਤਸ਼ਾਹ ਪਹੁੰਚੇ। ਜਦੋਂ ਉੱਥੇ ਵਾਰਤਾਲਾਪ ਹੁੰਦੀ ਹੈ, ਉਸ ਵਾਰਤਾਲਾਪ ਵਿੱਚ ਪਹਿਲਾ ਦੋਸ਼ ਗੁਰੂ ਸਾਹਿਬ ਨੂੰ ਕਿਹਾ ਗਿਆ, ਜੀ ਤੁਸੀਂ ਰਾਜ ਦੇ ਬਾਗੀ ਨੂੰ ਪਨਾਹ ਦਿੱਤੀ, ਬਾਗੀਆਂ ਨੂੰ ਪਨਾਹ ਦੇਣਾ ਬੜਾ ਵੱਡਾ ਗੁਨਾਹ ਹੈ। ਮਹਾਰਾਜ ਕਹਿਣ ਲੱਗੇ, ਖੁਸਰੋ ਮੈਨੂੰ ਮਿਲਿਆ ਨਹੀਂ, ਇਸ ਲਈ ਪਨਾਹ ਦੇਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਜੇ ਉਹ ਸਾਡੇ ਕੋਲ ਆਉਂਦਾ, ਇਹ ਮਤ ਭੁੱਲਣਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜੋ ਸ਼ਰਨ ਪਰੈ ਤਿਸ ਕੀ ਪਤ ਰਾਖੈ, ਜਾਇ ਪੁੱਛੋ ਵੇਦ ਪੁਰਾਨੀ ਹੈ। ਸਗਲ ਦੁਆਰ ਕੋ ਛਾੜ ਕੇ ਗਿਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੇ ਅਸੀਂ ਉਹਦੀ ਸ਼ਰਨ ਰੱਖਦੇ, ਪੈਜ ਰੱਖਦੇ ਜੇ ਆਉਂਦਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਪੈਜ ਰੱਖੀ ਹੈ ਅਕਾਲ ਪੁਰਖ ਦੇ ਦਰ ਨੇ। ਇੱਥੋਂ ਇੱਕ ਸਿੱਖਿਆ ਮਿਲਦੀ ਹੈ, ਗੁਰੂ ਸਾਹਿਬ ਨੇ ਇਹ ਸੱਚ ਵੀ ਦੱਸ ਦਿੱਤਾ ਕਿ ਮਿਲਿਆ ਨਹੀਂ, ਪਰ ਨਾਲ ਇੱਕ ਲਲਕਾਰ ਵੀ ਮਾਰ ਦਿੱਤੀ ਕਿ ਮੈਂ ਮਤ ਸਮਝਣਾ ਕਿ ਗੁਰੂ ਅਰਜਨ ਦੇਵ ਤੁਹਾਤੋਂ ਡਰਦਾ, ਜੇ ਮਿਲਦਾ ਤੇ ਉਹਨੂੰ ਸ਼ਰਨ ਮਿਲਦੀ। ਕਹਿਣ ਲੱਗੇ ਜੀ ਜੇ ਫਿਰ ਦੂਸਰੀ ਗੱਲ ਫਿਰ ਇਹ ਆ ਕਿ ਜਿਹੜਾ ਤੁਸੀਂ ਗ੍ਰੰਥ ਤਿਆਰ ਕੀਤਾ ਉਹਦੇ ਵਿੱਚ ਹਜ਼ਰਤ ਮੁਹੰਮਦ ਦੀ ਉਸਤ ਦੇ ਕੁਝ ਸ਼ਬਦ ਲਿਖ ਦਿਓ। ਮਹਾਰਾਜ ਕਹਿਣ ਲੱਗੇ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਹ ਗੁਰੂ ਨਾਨਕ ਦਾ ਹਿਰਦਾ ਹੈ, ਇਹ ਅਕਾਲ ਪੁਰਖ ਦੀ ਬਾਣੀ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬਾਣੀ ਵਜੀ ਚਹੁ ਜੁਗੀ ਸੱਚੋ ਸੱਚ ਦਰੜਾਏ। ਅਬ ਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਬ ਹੋ ਸੱਚੀ ਬਾਣੀ, ਇਹ ਸੱਚ ਦੀ ਬਾਣੀ ਹੈ। ਬਾਣੀ ਦਾ ਗਬ ਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਇਹ ਸ਼੍ਰੋਮਣ ਬਾਣੀ ਹੈ ਸੰਸਾਰ ਦੀ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਬਸੈ ਮਨ ਆਏ। ਗੁਰੂ ਸਾਹਿਬ ਕਹਿੰਦੇ ਇਸ ਬਾਣੀ ਦਾ ਇੱਕ ਅੱਖਰ ਨਾ ਘਟਾਇਆ ਜਾ ਸਕਦਾ, ਨਾ ਵਧਾਇਆ ਜਾ ਸਕਦਾ। ਤੋ ਖਾਲਸਾ ਜੀ, ਮੈਂ ਅੱਜ ਦੇ ਨੌਜਵਾਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਦੇ ਰਚਨਹਾਰੇ ਕਹਿ ਰਹੇ ਨੇ ਕਿ ਬਾਣੀ ਦਾ ਇੱਕ ਅੱਖਰ ਵੀ ਇੱਧਰ ਉੱਧਰ ਨਹੀਂ ਹੋ ਸਕਦਾ। ਤੇ ਫਿਰ ਜਿਹੜੇ ਜੱਬਲ ਪ੍ਰਚਾਰਕ, ਭਾਵੇਂ ਪਖੰਡ ਕਰਨ ਵਾਲੇ, ਭਾਵੇਂ ਨਾਸਤਿਕਤਾ ਫੈਲਾਉਣ ਵਾਲੇ ਗੁਰਬਾਣੀ ਨਾਲ ਛੇੜਛਾੜ ਕਰਦੇ ਨੇ, ਇਹੋ ਜਿਹੇ ਪ੍ਰਚਾਰ ਤੋਂ ਬਚਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਜਦੋਂ ਇਹ ਜਵਾਬ ਦੇ ਦਿੱਤਾ, ਫਿਰ ਕਹਿੰਦੇ ਜੀ ਫਿਰ ਤੀਸਰੀ ਗੱਲ ਇਹ ਆ ਕਿ ਤੁਹਾਨੂੰ ਅਸੀਂ 2 ਲੱਖ ਰੁਪਈਆ ਕਹਿੰਦੇ ਆ ਕਿ ਤੁਸੀਂ ਡੰਨ ਭਰ ਦਿਓ। ਮਹਾਰਾਜ ਕਹਿੰਦੇ ਡੰਨ ਭਰਦਾ ਹੁੰਦਾ ਜਿਹਨੇ ਅਪਰਾਧ ਕੀਤਾ ਹੋਵੇ, ਤੇ ਜਦੋਂ ਮੈਂ ਅਪਰਾਧ ਕੋਈ ਨਹੀਂ ਕੀਤਾ ਮੈਂ ਡੰਨ ਕਿਉਂ ਭਰਾਂ। ਕਹਿਣ ਲੱਗੇ ਜੀ ਤੁਹਾਡੇ ਕੋਲ ਕਿਹੜਾ ਕੋਈ ਘਾਟਾ। ਤੇ ਮਹਾਰਾਜ ਕਹਿਣ ਲੱਗੇ ਇੱਕ ਗੱਲ ਯਾਦ ਰੱਖਣਾ, ਤੁਸੀਂ ਤੇ ਗੱਲ 2 ਲੱਖ ਦੀ ਕਹੀ ਹੈ, ਤੁਸੀਂ ਮੈਨੂੰ ਕਹੋ ਕਿ ਤੁਸੀਂ ਗੁਰੂ ਨਾਨਕ ਦੇ ਘਰ ਦੇ 2 ਰੁਪਈਏ ਮੈਨੂੰ ਦੇ ਦਿਓ ਆਪਣੇ ਆਪ ਨੂੰ ਬਚਾਉਣ ਵਾਸਤੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਸ਼ਹਾਦਤ ਪ੍ਰਾਪਤ ਕਰ ਲਵਾਂਗਾ, ਆਪਣਾ ਆਪ ਕੁਰਬਾਨ ਕਰ ਦੇਵਾਂਗਾ, ਪਰ ਗੁਰੂ ਨਾਨਕ ਦੀ ਗੋਲਕ ਦੇ 2 ਰੁਪਈਏ ਵੀ ਆਪਣੇ ਆਪ ਲਈ ਨਹੀਂ ਵਰਤਾਂਗਾ। ਤੇ ਅੱਜ ਅਸੀਂ ਦੇਖੀਏ ਕਿ ਅਸੀਂ ਕਿੱਥੇ ਖੜ ਗਏ। ਅੱਜ ਅਸੀਂ ਕਰੋੜਾਂ ਦੇ ਜਿਹੜੇ ਬਿਨਾਂ ਕਿਸੇ ਡਰ ਭੈ ਖੌਫ ਤੋਂ ਕਰੋੜਾਂ ਰੁਪਈਆ ਇੱਕ ਦਿਨ ਵਿੱਚ ਉਜਾੜ ਕੇ ਰੱਖ ਦਿੰਦੇ ਹਾਂ। ਇੱਕ ਗੱਲ ਯਾਦ ਰੱਖਣ ਉਹ ਲੋਕ ਜਿਹੜੇ ਗੁਰੂ ਨਾਨਕ ਦੀ ਗੋਲਕ ਦਾ ਉਜਾੜਾ ਕਰਦੇ ਨੇ। ਕਿਸੇ ਵਿਦਵਾਨਾਂ ਨੇ ਇਹ ਗੱਲ ਕਿਹਾ, ਗੁਰ ਕੇ ਧਨ ਕੋ ਜੋ ਨਰ ਹਿਰ ਹੈ, ਹਰ ਤੇਜ ਬਪੂਤ ਤੇ ਨਰਮਰ ਹੈ। ਇਹ ਮਾਰ ਲਏਗੀ ਉਹਨਾਂ ਨੂੰ, ਇਹ ਐਸੀ ਤੇਜ ਹੈ, ਇਹ ਜਿਹੜੀ ਮਾਇਆ ਹੈ। ਉਸ ਤੋਂ ਬਾਅਦ ਜਹਾਂਗੀਰ ਫਿਰ ਉਸ ਰਾਤ ਆਪ ਉੱਥੋਂ ਖਿਸਕ ਗਿਆ
ਕਸ਼ਮੀਰ ਨੂੰ, ਚੰਦੂ ਨੂੰ ਇਸ਼ਾਰਾ ਕਰ ਗਿਆ ਕਿ ਤੂੰ ਨਾਲੇ ਆਪਣਾ ਬਦਲਾ ਲੈ ਲਾ, ਹੁਣ ਜੋ ਤੇਰਾ ਚਿੱਤ ਕਰਦਾ ਗੁਰੂ ਅਰਜਨ ਦੇਵ ਦੇ ਨਾਲ ਤੂੰ ਉਹ ਕਰ। ਚੰਦੂ ਦੇ ਕੋਲ ਕਮਾਂਡ ਆ ਗਈ। ਚੰਦੂ ਕਹਿਣ ਲੱਗਾ ਕਿ ਗੁਰੂ ਅਰਜਨ ਦੇਵ ਮਹਾਰਾਜ, ਚੰਗਾ ਹੁੰਦਾ ਜੇ ਕਿਤੇ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲੈਂਦੇ, ਤੁਹਾਨੂੰ ਆਹ ਦਿਨ ਨਾ ਦੇਖਣੇ ਪੈਂਦੇ। ਤੇ ਉਸ ਵਕਤ ਚੰਦੂ ਨੇ ਇੱਕ ਲਾਲਚ ਦਿੱਤਾ ਕਿ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡੇ ਕੋਲ ਇੱਕ ਮੌਕਾ, ਅੱਜ ਵੀ ਤੁਸੀਂ ਵੀ ਇਹ ਰਿਸ਼ਤਾ ਪ੍ਰਵਾਨ ਕਰ ਲਓ ਤੇ ਤੁਹਾਡੀ ਜਾਨ ਮੈਂ ਬਖਸ਼ ਦਿਆਂਗਾ। ਉਸ ਵਕਤ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਦੇ ਸ਼ਬਦ ਪੜ੍ਹੇ। ਮਹਾਰਾਜ ਕਹਿਣ ਲੱਗੇ, ਚੰਦੂ ਤੂੰ ਕਿਸ ਭੁਲੇਖੇ ਵਿੱਚ ਤੁਰਿਆ ਫਿਰਦਾ? ਇਹ ਗੁਰੂ ਨਾਨਕ ਦਾ ਘਰ ਹੈ। ਮੈਂ ਉਸ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਬੈਠਾ। ਮੈਂ ਸੰਗਤ ਨਾਲ ਵਚਨ ਕੀਤਾ ਹੈ, ਮੇਰਾ ਸੰਗਤ ਨਾਲ ਕੌਲ ਕੀਤਾ ਹੋਇਆ, ਮੇਰਾ ਸੰਗਤ ਨਾਲ ਇਕਰਾਰ ਕੀਤਾ ਹੋਇਆ, ਤੇ ਗੁਰੂ ਨੇ ਤਾਂ ਆਪਣੇ ਬਚਨ ਤੋਂ ਪਿੱਛੇ ਕੀ ਹਟਣਾ। ਮਹਾਰਾਜ ਕਹਿੰਦੇ ਗੁਰੂ ਤਾਂ ਆਪਣੇ ਸਿੱਖ ਤੋਂ ਵੀ ਇਹ ਉਮੀਦ ਰੱਖਦਾ ਹੈ, ਆਪਣੇ ਸਿੱਖ ਸੰਤ ਤੋਂ ਇਹ ਉਮੀਦ ਰੱਖਦਾ ਹੈ। ਮਹਾਰਾਜ ਨੇ ਬਾਣੀ ਦਾ ਤੁਕ ਪੜ੍ਹੀ। ਮਹਾਰਾਜ ਕਹਿੰਦੇ ਨਿਸ ਬਾਸਰ ਨਖੇਤਰ ਬਨਾਸੀ, ਰਬ ਸਸੀਰ ਬੇਨਾਦਾ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ, ਖੰਡ ਬਨਾਸੀ ਜੇਰ ਬਨਾਸੀ, ਉਤਪੁਜ ਸੇਤ ਬਨਾਦਾ, ਚਾਰ ਬਨਾਸੀ ਖਟਹਿ ਬਨਾਸੀ, ਇੱਕ ਸਾਧ ਬਚਨ ਨਿਹਚਲਾਦਾ। ਔਰ ਮਹਾਰਾਜ ਸਾਹਿਬ ਕਹਿਣ ਲੱਗੇ ਰਾਜ ਬਨਾਸੀ ਤਾਮ ਬਨਾਸੀ, ਸਾਤਕ ਪੀ ਬਹਿਨਾਦਾ, ਦ੍ਰਿਸ਼ਟਮਾਨ ਹੈ ਸਗਲ ਬਨਾਸੀ, ਇੱਕ ਸਾਧ ਬਚਨ ਆਗਾਦਾ। ਮਹਾਰਾਜ ਕਹਿੰਦੇ ਸਾਰੀ ਦੁਨੀਆ ਨਾਸ ਹੋ ਜਾਵੇ, ਸਭ ਕੁਝ ਨਾਸ ਹੋ ਜਾਵੇ, ਪਰ ਕਦੇ ਸਿੱਖ ਦਾ, ਕਦੇ ਸੰਤ ਦਾ, ਗੁਰੂ ਨਾਨਕ ਦੇ ਘਰ ਦੇ ਪਿਆਰੇ ਦਾ ਬਚਨ ਨਹੀਂ ਕਦੇ ਜਿਹੜਾ ਮੁੜਿਆ ਕਰਦਾ, ਅਥਵਾ ਗੁਰੂ ਦਾ ਬਚਨ ਨਹੀਂ ਕਦੇ ਮੁੜਿਆ ਕਰਦਾ। ਇੱਥੇ ਦੋ ਹੀ ਅਰਥ ਲੱਗਦੇ ਨੇ, ਚਾਹੇ ਗੁਰੂ ਵਾਚਕ, ਚਾਹੇ ਗੁਰੂ ਦੇ ਸਿੱਖ ਵਾਚਕ। ਤੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਆਪਣੇ ਸਿੱਖ ਨੂੰ ਇਹ ਸਿੱਖਿਆ ਦਿੰਦਾ ਹੋਵੇ ਤੇ ਉਹ ਗੁਰੂ ਕਿਵੇਂ ਬਚਨ ਹਾਰ ਸਕਦਾ ਹੈ। ਫਿਰ ਆਖਰੀ ਵਾਰ ਮੌਕੇ ਦੀ ਸਰਕਾਰ ਨੇ ਕਿਹਾ ਕਿ ਫਿਰ ਆਖਰੀ ਮੌਕਾ ਇਹ ਹੈ ਕਿ ਤੁਸੀਂ ਧਰਮ ਤਬਦੀਲ ਕਰ ਲਓ, ਤੁਸੀਂ ਇਸਲਾਮ ਕਬੂਲ ਕਰ ਲਓ ਤੇ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਤੇ ਬੜੀ ਕਮਾਲ ਦੀ ਗੱਲ ਕਹੀ ਗੁਰੂ ਅਰਜਨ ਦੇਵ ਮਹਾਰਾਜ ਨੇ। ਉਹ ਗੱਲ ਦੁਨੀਆ ਦੇ ਹਰ ਧਰਮ ਦੇ ਮਨੁੱਖ ਦੇ ਕੰਮ ਆਉਣ ਵਾਲੀ ਹੈ। ਮਹਾਰਾਜ ਕਹਿੰਦੇ ਮਰਨਾ ਇੱਕ ਦਿਨ ਸਭ ਨੇ ਹੈ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਜੋ ਹਿੰਦੂ ਧਰਮ ਦੇ ਵਿੱਚ ਜਨਮਿਆ ਉਹ ਪਿਓਰ ਹਿੰਦੂ ਹੋ ਕੇ ਮਰੇ, ਜੋ ਮੁਸਲਮਾਨ ਧਰਮ ਦੇ ਵਿੱਚ ਜੰਮਿਆ ਉਹ ਮੁਸਲਮਾਨ ਇਸਲਾਮ ਦੀਆਂ ਰਹੁ ਰੀਤਾਂ ਨਾਲ ਮਰੇ, ਜੋ ਸਿੱਖ ਧਰਮ ਦੇ ਵਿੱਚ ਜਨਮਿਆ ਉਹ ਸਿੱਖ ਪਰੰਪਰਾ ਨਾਲ ਮਰੇ, ਆਪਣੇ ਪਿਆਰੇ ਤੋਂ ਆਪਣੇ ਖਸਮ ਦੇ ਦਿੱਤੇ ਹੋਏ ਹੁਕਮ ਨੂੰ ਮੰਨਦਾ ਹੋਇਆ ਮਰੇ, ਤੇ ਉਹਦੀ ਬੌੜੀ ਅਕਾਲ ਪੁਰਖ ਕਰਦਾ ਹੈ। ਪਰ ਇੱਕ ਗੱਲ ਯਾਦ ਰੱਖਣਾ, ਜਿਹੜਾ ਬੰਦਾ ਜਾਨ ਬਚਾਉਣ ਵਾਸਤੇ ਆਪਣਾ ਧਰਮ ਤਬਦੀਲ ਕਰਦਾ ਹੈ, ਮਹਾਰਾਜ ਕਹਿੰਦੇ ਉਹਨੂੰ ਨਰਕਾਂ ਦੇ ਵਿੱਚ ਵੀ ਕੋਈ ਜਗ੍ਹਾ ਨਹੀਂ ਮਿਲਦੀ। ਇਸ ਕਰਕੇ ਧਰਮ ਦੀ ਪਰਿਭਾਸ਼ਾ ਐਡੀ ਵੱਡੀ ਹੈ ਆਪਣੀ ਜ਼ਿੰਦਗੀ ਦੇ ਵਿੱਚ। ਤੇ ਜਦੋਂ ਗੁਰੂ ਸਾਹਿਬ ਨੇ ਇਹ ਜਵਾਬ ਦੇ ਦਿੱਤਾ, ਫਿਰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਫਿਰ ਜਿਸ ਤਰ੍ਹਾਂ ਮੈਂ ਆਰੰਭਤਾ ਦੇ ਵਿੱਚ ਗੱਲ ਕੀਤੀ ਹੈ ਕਿ ਤੱਤੀ ਰੇਤ ਕਰਕੇ ਪਹਿਲਾਂ ਸਤਿਗੁਰੂ ਜੀ ਨੂੰ ਉਹਦੇ ਤੇ ਖੜਾ ਕੀਤਾ, ਜਿਸ ਰੇਤ ਦੇ ਉੱਤੇ ਦਾਣੇ ਭੁੰਨੇ ਜਾ ਸਕਦੇ ਸੀ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਪਾਣੀ ਦੇ ਵਿੱਚ ਸਰੀਰ ਨੂੰ ਉਬਾਲਿਆ ਗਿਆ ਤੇ ਅਖੀਰ ਨੂੰ ਫਿਰ ਤੱਤੀ ਤਵੀ ਕਰਕੇ, ਤੇ ਦੇਖੋ ਅੱਜ ਭਿਆਨਕ ਜਿਹੜੀ 45 ਡਿਗਰੀ ਦੇ ਲਗਭਗ ਜਿਹੜਾ ਅੱਜ ਦੇ ਦਿਨ ਦੇ ਵਿੱਚ ਆ ਕੇ ਟੈਂਪਰੇਚਰ ਪਹੁੰਚ ਚੁੱਕਿਆ ਹੈ। ਇਸ ਭਿਆਨਕ ਮਾਰ ਦੇ ਵਿੱਚ ਇੱਕ ਪਾਸੇ ਅੱਗ ਆਪਣਾ ਸੁਭਾਅ ਪ੍ਰਚੰਡ ਰੱਖੀ ਬੈਠੀ ਹੈ, ਇੱਕ ਮੌਸਮ ਪ੍ਰਚੰਡ ਹੋ ਗਿਆ, ਇੱਕ ਚੰਦੂ ਦਾ ਹਿਰਦਾ ਪ੍ਰਚੰਡ ਅਗਨੀ ਵਿੱਚ ਹੋ ਗਿਆ। ਪਰ ਇੰਨੇ ਵਾਤਾਵਰਨ ਦੇ ਵਿੱਚ ਜੇ ਕੋਈ ਸ਼ਾਂਤ ਸੀ ਤਾਂ ਉਹ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ਼ਾਂਤ ਸਨ। ਗੁਰੂ ਖਾਲਸਾ ਜੀ ਉਸ ਵਕਤ ਜਿਹੜੇ 5 ਸਿੱਖ ਨਾਲ ਗਏ, ਉਹਨਾਂ ਦੇ ਵਿੱਚੋਂ ਭਾਈ ਪਰਾਗਾ ਜੀ ਨੇ ਜਦੋਂ ਦੇਖਿਆ ਕਿ ਮੇਰੇ ਸ਼ਹਿਨਸ਼ਾਹ ਤਤੀ ਤਵੀ ਤੇ ਬੈਠਣ ਲੱਗੇ ਨੇ, ਉਹਨੇ ਆਵਾਜ਼ ਦਿੱਤੀ, ਕਹਿਣ ਲੱਗੇ ਸਤਿਗੁਰੂ 1 ਮਿੰਟ ਰੁਕੋ, ਤੁਸੀਂ ਤਤੀ ਤਵੀ ਤੇ ਨਾ ਜਾਓ। ਤੇ ਸਿੱਖ ਕਹਿੰਦਾ ਪਹਿਲਾਂ ਮੈਂ ਉਸ ਤਵੀ ਤੇ ਪੈਣਾ ਤੇ ਮੇਰੇ ਸਰੀਰ ਤੇ ਆ ਕੇ ਬੈਠ ਜਾਣਾ। ਗੁਰਸਿੱਖੋ ਇਹ ਸਿੱਖੀ ਹੁੰਦੀ ਹੈ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਰਹਿ ਕੇ ਸਿੱਖੀ ਕਮਾਈ ਹੋਵੇ। ਮਹਾਰਾਜ ਕਹਿਣ ਲੱਗੇ ਨਹੀਂ ਸਿੱਖਾ, ਇਹ ਭਾਣਾ ਇਹ ਅਸੀਂ ਉਹ ਜਿਹੜੇ ਬੋਲ ਕਹੇ ਹੋਏ ਨੇ, ਤੇਰਾ ਕੀਆ ਮੀਠਾ ਲਾਗਾ ਹਰ ਨਾਮ ਪਦਾਰਥ ਨਾਨਕ ਮੰਗੈ, ਅਸੀਂ ਉਹ ਸਮਾਂ ਸੰਸਾਰ ਨੂੰ ਦੱਸ ਰਹੇ ਹਾਂ। ਜੇ ਸੁਖ ਦੇਹ ਤਾਂ ਤੁਝੈ ਇਰਾਦੀ, ਦੁੱਖ ਵੀ ਤੁਝੈ ਧਿਆਈ। ਇਸ ਕਰਕੇ ਹਰ ਹਰ ਨਾਮ ਹਿਰਦੈ ਨਿਤਿ ਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਮਹਾਰਾਜ ਕਹਿੰਦੇ ਗੁਰੂ ਮੇਰੇ ਸੰਗ ਹੈ, ਦੋ ਕਾਲੰਗ ਪਰਨਾਸੀ ਦਇਆਲੰਗ ਸਰੂਪੇ। ਮਹਾਰਾਜ ਕਹਿੰਦੇ ਉਹ ਸਦਾ ਹੀ ਨਾਲ ਹੈ, ਸਦਾ ਅੰਗ ਸੰਗੇ ਅਭੰਗੰਗ ਵਿਭੂਤੇ। ਮਹਾਰਾਜ ਨੇ ਸਿੱਖ ਨੂੰ ਜਵਾਬ ਦਿੱਤਾ। ਉਸ ਵਕਤ ਫਿਰ ਸਾਈਂ ਪੀਰ ਮੀਆਂ ਮੀਰ ਉੱਥੇ ਪਹੁੰਚਦਾ ਹੈ
ਸਾਈਂ ਪੀਰ ਮੀਆਂ ਮੀਰ ਦੇਖ ਕੇ ਬੇਹਾਲ ਹੋਇਆ, ਉਹਨੇ ਧਾਹਾਂ ਮਾਰੀਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਈਂ ਜੀ ਮੈਂ ਤੇ ਤੈਨੂੰ ਹੀ ਉਡੀਕ ਰਿਹਾ ਸੀ। ਕਿਉਂ? ਇੱਕ ਵਾਰੀ ਸੁਖਮਨੀ ਸਾਹਿਬ ਦੀ 9ਵੀਂ ਅਸ਼ਟਪਦੀ ਦੇ ਇਸ ਪਦੇ ਦੇ ਉੱਤੇ ਸਾਈਂ ਪੀਰ ਮੀਆਂ ਮੀਰ ਨੇ ਕਿਹਾ ਸੀ, ਗੁਰੂ ਸਾਹਿਬ ਇਹ ਦੁਨੀਆ ਤੇ ਹੋ ਨਹੀਂ ਸਕਦਾ, ਇਹ ਤੁਹਾਡੀ ਬਾਣੀ ਵਿੱਚ ਅਤਕਥਨੀ ਲਿਖੀ ਹੈ। ਮਹਾਰਾਜ ਨੇ ਕਿਹਾ ਬਾਣੀ ਵਿੱਚ ਕੁਝ ਵੀ ਅਤਕਥਨੀ ਨਹੀਂ ਲਿਖੀ, ਬਾਣੀ ਵਿੱਚ ਜੋ ਲਿਖਿਆ ਉਹ ਸੱਚੋ ਸੱਚ ਲਿਖਿਆ ਹੈ। ਕਹਿਣ ਲੱਗਾ ਜੀ ਇਹ ਹੋ ਨਹੀਂ ਸਕਦਾ। ਮਹਾਰਾਜ ਕਹਿੰਦੇ ਤੇ ਫਿਰ ਐਂ ਕਰ, ਜ਼ਿੰਦਗੀ ਵਿੱਚ ਕਦੇ ਸਮਾਂ ਆਏਗਾ ਜੋ ਮੈਂ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਇਹ ਮੈਂ ਆਪਣੇ ਸਰੀਰ ਨਾਲ ਕਮਾ ਕੇ ਸਾਈਂ ਪੀਰ ਮੀਆਂ ਮੀਰ ਤੁਹਾਨੂੰ ਦੱਸਾਂਗਾ। ਅੱਜ ਤੱਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਈਂ ਪੀਰ ਮੀਆਂ ਮੀਰ ਹੁਣ ਰੋ ਨਾ, ਹੁਣ ਵਿਆਕੁਲ ਨਾ ਹੋ। ਅੱਜ ਸੁਖਮਨੀ ਸਾਹਿਬ ਦੇ ਅਰਥ ਗੁਰੂ ਅਰਜਨ ਦੇਵ ਮਹਾਰਾਜ ਦਾ ਸਰੀਰ ਕਰਦਾ। ਹੁਣ ਪੜ੍ਹ ਉਹ ਤੁਕਾਂ ਨੂੰ ਯਾਦ ਕਰ, ਮੈਂ ਤੈਨੂੰ ਅਰਥ ਮੇਰਾ ਸਰੀਰ ਕਰ ਰਿਹਾ। ਤੁਕਾਂ ਬੋਲ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖਾਟੀ। ਤੈਸਾ ਮਾਨ ਤੈਸਾ ਅਭਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਮਹਾਰਾਜ ਕਹਿੰਦੇ ਆ ਵੇਖ ਲਾ, ਆ ਮੇਰੇ ਸਰੀਰ ਨੇ ਅੱਜ ਅਰਥ ਕਰ ਦਿੱਤੇ ਇਸ ਤੁਕਾਂ ਦੇ। ਇਸ ਲਈ ਅੱਜ ਤੋਂ ਬਾਅਦ ਤੇ ਮਹਾਰਾਜ ਸਾਹਿਬ ਜੀ ਨੇ ਅਸਲ ਵਿੱਚ ਗੁਰੂ ਪਿਆਰਿਓ ਇਹ ਸ਼ਹਾਦਤ ਇਸ ਲਈ ਦਿੱਤੀ ਕਿ ਜੋ ਗੁਰਬਾਣੀ ਵਿੱਚ ਲਿਖਿਆ ਤੇ ਕੱਲ ਨੂੰ ਕੋਈ ਦੰਭੀ, ਕੋਈ ਪਖੰਡੀ, ਕੋਈ ਨਾਸਤਿਕ, ਕੋਈ ਗੁਰੂ ਘਰ ਦਾ ਵੈਰੀ, ਕੋਈ ਗੁਰੂ ਘਰ ਦਾ ਦੋਖੀ ਉੱਠ ਕੇ ਇਹ ਨਾ ਕਹਿ ਦੇਵੇ ਕਿ ਜੋ ਗੁਰਬਾਣੀ ਵਿੱਚ ਲਿਖਿਆ ਇਹ ਹੋ ਨਹੀਂ ਸਕਦਾ, ਇਹ ਅਵਸਥਾ ਬਣ ਨਹੀਂ ਸਕਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਤੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਅਸਲ ਵਿੱਚ ਆਪਣੀ ਲਿਖੀ ਹੋਈ ਬਾਣੀ ਦੇ ਅਰਥ ਅੱਜ ਦੇ ਦਿਨ ਕਰਕੇ ਸੰਸਾਰ ਨੂੰ ਦੱਸਿਆ। ਸੋ ਇਸ ਲਈ ਇੱਕ ਬੇਨਤੀ ਮੈਂ ਹੋਰ ਕਰਦਿਆਂ ਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਕੇਵਲ ਬਾਣੀ ਲਿਖੀ ਨਹੀਂ, ਜੋ ਲਿਖਿਆ ਉਹ ਅੱਜ ਜੇਠ ਸੁਦੀ ਚੌਥ ਨੂੰ ਉਹਦੇ ਅਰਥ ਕਰਕੇ ਸੰਸਾਰ ਨੂੰ ਦੱਸ ਦਿੱਤੇ। ਤੇ ਤੀਸਰੀ ਗੱਲ ਇੱਕ ਬੜੀ ਹੋਰ ਜ਼ਰੂਰੀ ਹੈ, ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਦੇ ਕੇ ਗੁਰਬਾਣੀ ਦੇ ਅਰਥ ਕੀਤੇ ਕਿ ਕੋਈ ਸ਼ੰਕਾ ਨਾ ਰਹਿ ਜਾਵੇ। ਬਾਣੀ ਨਾਲ ਅਵਸਥਾ ਇੱਥੇ ਪਹੁੰਚ ਜਾਂਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਦਾ ਪੂਜਨ ਕੀਤਾ, ਬਾਣੀ ਨੂੰ ਪੂਜਿਆ, ਬਾਣੀ ਦਾ ਸਤਿਕਾਰ ਕੀਤਾ। ਦੋ ਘਟਨਾਵਾਂ, ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲਿਆਉਣ ਵੇਲੇ ਗੁਰੂ ਸਾਹਿਬ ਪਾਲਕੀ ਵਿੱਚ ਨਹੀਂ ਬੈਠੇ। ਇਤਿਹਾਸ ਕਹਿੰਦਾ ਮਹਾਰਾਜ ਨੇ ਕਿਹਾ ਕਿ ਗੁਰੂ ਨਾਨਕ ਦਾ ਹਿਰਦਾ ਹੈ ਜੋ ਪੋਥੀ ਸਾਹਿਬ ਬਾਣੀ ਹਨ ਤੇ ਉਹਦੇ ਨਾਲ ਮੇਰੀ ਦੇਹ ਦੀ ਤੁਲਨਾ ਨਹੀਂ ਹੋ ਸਕਦੀ। ਤੇ ਜਿੱਦਣ ਹਰਮੰਦਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਕੀਤਾ, ਪਹਿਲੀ ਰਾਤ ਦੁੱਧ ਦੇ ਨਾਲ, ਲੱਸੀ ਦੇ ਨਾਲ ਹਰਮੰਦਰ ਸਾਹਿਬ ਦੀ ਧੁਆਈ ਕੀਤੀ। ਔਰ ਮੈਂ ਦੱਸਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਕਿ ਦੁੱਧ ਦੀ ਵੇਸਟੇਜ ਹੁੰਦੀ ਹੈ, ਜਿੱਥੇ ਦੁੱਧ ਇੱਕ ਸਫਾਈ ਦਾ ਮਾਧਿਅਮ ਹੈ, ਉਸ ਤੋਂ ਇਲਾਵਾ ਸਿੱਖ ਦੇ ਲਈ ਜੋ ਉਹਦੇ ਗੁਰੂ ਨੇ ਪਰੰਪਰਾ ਆਰੰਭੀ ਹੈ, ਸਿੱਖ ਉਹਨੂੰ ਕਦੇ ਥੱਲ ਨਹੀਂ ਸਕਦਾ, ਸਿੱਖ ਨਵੀਂ ਪਰੰਪਰਾ ਚਲਾ ਨਹੀਂ ਸਕਦਾ। ਇਸ ਲਈ ਜੋ ਪਰੰਪਰਾ ਗੁਰੂ ਅਰਜਨ ਦੇਵ ਮਹਾਰਾਜ ਬੰਨ੍ਹ ਕੇ ਗਏ ਤੇ ਸਿੱਖ ਅੱਜ ਤੱਕ ਵੀ ਹਰਮੰਦਰ ਸਾਹਿਬ ਵਿੱਚ ਉਹਨੂੰ ਨਿਰਵਿਘਨਤਾ ਸਹਿਤ ਨਿਭਾ ਰਹੇ ਨੇ। ਤੇ ਪਹਿਲਾ ਸੁਖਾਸਣ ਜਦੋਂ ਹੋਇਆ, ਸਿੱਖਾਂ ਨੇ ਪੁੱਛਿਆ ਮਹਾਰਾਜ ਗ੍ਰੰਥ ਸਾਹਿਬ ਦਾ ਨਿਵਾਸ ਕਿੱਥੇ ਹੋਏਗਾ? ਮਹਾਰਾਜ ਕਹਿੰਦੇ ਜਿਸ ਕੋਠਰੀ ਮੈਂ ਰਹਿਨ ਹਮਾਰਾ, ਤਾਹਾਂ ਨਿਵਾਸ ਕਰਹਿ ਜੋਤੀਮਾਨ। ਤੇ ਕਹਿੰਦੇ ਮਹਾਰਾਜ ਆਪਣਾ ਤੁਹਾਡਾ ਆਸਣ, ਮਹਾਰਾਜ ਕਹਿੰਦੇ ਗ੍ਰੰਥ ਸਾਹਿਬ ਦਾ ਸੁਖਾਸਣ ਪਲੰਗ ਤੇ ਹੋਏਗਾ। ਅੱਜ ਤੋਂ ਬਾਅਦ ਮੇਰੇ ਲਈ ਚਾਦਰ ਵਿਛੇਗੀ, ਭੂਮ ਸੈਨ ਨਿਤ ਪਤ ਕਰੈ ਗੁਰੂ ਗ੍ਰੰਥ ਕੇ ਪਾਸ। ਕਵੀ ਸਾਡੇ ਲਿਖਦੇ ਨੇ, ਕਹਿੰਦੇ ਅੱਜ ਭੂਮੀ ਦਾ ਮਾਲਕ ਧਰਤੀ ਤੇ ਸੌਂ ਗਿਆ, ਕਿਸ ਲਈ? ਬਾਣੀ ਦੇ ਸਤਿਕਾਰ ਲਈ। ਤੇ ਭੂਮ ਸੈਨ ਨਿਤ ਪਤ ਕਰੈ ਗੁਰੂ ਗ੍ਰੰਥ ਕੇ ਪਾਸ, ਗੁਰੂ ਗ੍ਰੰਥ ਭਗਵੰਤ ਸਮਝ ਜਾਣੈ ਕਰ ਅਰਦਾਸ। ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਨਾ ਕਿ ਕੀ ਹੈ ਤਾਂ ਕਦੇ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਧਰ ਕੇ ਅਰਦਾਸ ਕਰਕੇ ਦੇਖ। ਸੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ। ਤੇ ਰਹੀ ਗੱਲ ਗੁਰੂ ਸਾਹਿਬ ਦੇ ਸਿਦਕ ਦੀ, ਇਹ ਗੁਰੂ ਸਾਹਿਬ ਨੇ ਅੱਜ ਦੇ ਦਿਨ ਨਿਭਾ ਕੇ ਸਾਨੂੰ ਦਿੱਤਾ। ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਇੱਕ ਸਬਰ ਦਾ ਸੰਤੋਖ, ਸਬਰ ਦਾ ਜਿਹੜਾ ਉਹ ਵੀ ਇੱਕ ਉਪਦੇਸ਼ ਦਿੱਤਾ। ਪ੍ਰਿਥੀ ਚੰਦ ਤੇ ਚੰਦੂ ਨੇ ਰਲ ਕੇ ਸੁਲਹੀ ਖਾਨ ਨੂੰ ਚੜਾ ਕੇ ਲਿਆਂਦਾ। ਸੁਲਹੀ ਖਾਨ ਚੜ ਕੇ ਆ ਰਿਹਾ ਹੈ, ਬਿਨਾਂ ਮਤਲਬ ਤੋਂ ਵੈਰ ਕਮਾਉਣ ਲਈ ਆ ਰਿਹਾ ਹੈ। ਸਿੱਖਾਂ ਨੇ ਕਿਹਾ ਮਹਾਰਾਜ ਅਸੀਂ ਉਹਨੂੰ ਚਿੱਠੀ ਲਿਖੀਏ। ਦੋ ਸਿੱਖ ਕਹਿੰਦੇ ਅਸੀਂ ਉਹਨਾਂ ਨੂੰ 2 ਸਿੱਖ ਭੇਜੀਏ। ਕਿਸੇ ਨੇ ਕਿਹਾ ਕਿ ਸਾਨੂੰ ਸ਼ਸਤਰ ਚੱਕ ਕੇ ਮੁਕਾਬਲਾ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਨਹੀਂ, ਛੱਡ ਦਿਓ ਸਭ ਕੁਝ, ਉਸ ਅਕਾਲ ਪੁਰਖ ਦੇ ਭਰੋਸੇ ਤੇ ਉਸ ਪਰਮਾਤਮਾ ਨੂੰ ਧਿਆਓ, ਇਹਦਾ ਹੱਲ ਪਰਮਾਤਮਾ ਕੱਢੇਗਾ, ਕਿਉਂਕਿ ਉਹ ਨਿਰਵੈਰਾਂ ਨਾਲ ਵੈਰ ਕਰਨ ਵਾਸਤੇ ਆ ਰਿਹਾ ਹੈ। ਪ੍ਰਥਮੇ ਮਤਾ ਜੇ ਪੱਤਰੀ ਚਲਾਓ, ਦੁਤੀਏ ਮਤਾ ਦੋਇ ਮੁਖ ਮਨੁੱਖ ਪਹੁੰਚਾਓ, ਤ੍ਰਿਤੀਏ ਮਤਾ ਕਿਛ ਕਰੋ ਅਪਾਇਆ,
मैं सब कुछ छोड़ प्रभ तुही ते आया। गुरु साहब कहते केवल उस परमात्मा का आराधन करो। सुलही खान भट्ठे विच सड़ के मर गया, गिर गया। उस वक्त सिखां नूं गुरु साहब ने कहा कि सिखो जदों भरोसा अकाल पुरख ते होवे ते उस वक्त फिर की हुंदा है। बिलावल राग विच कहा सुलही ते नारायण राख, सुलही का हाथ केहू न पहुँचै, सुलही होए मुआ ना पाक। महाराज कहते काड़ कुठार खसम सिर काटिया, खिन मह होए गया है खाक। मंदा चितवत चितवित पचिया, जिन रचियो सो दीना धाक। पुत्र मीत तन किशु न रहियो, सो छोड़ गया सब भाई साक। कहो नानक तिस प्रभ बलिहारी, जिन जन का पूर्ण जिन जन का कीनो पूर्ण वाक। गुरु साहब कहते फिर ये पाने वरते ने क्योंकि सुलभी खान नूं ਉਹਦੇ ही फौजदार ने ਇਹਦਾ भतीजा ਜਿਹੜਾ ਪਹਿਲਾਂ ਚੜ੍ਹ ਕੇ ਆਇਆ ਉਹਦਾ सिर ਵੱਢ ਦਿੱਤਾ ਸੀ। सो गुरु अर्जन देव महाराज ने साध संगत 24 साल 9 महीने 2 दिन गुरु नानक की गुरता गद्दी की सेवा की। और इस सेवा काल दे विच ਵੱਡੇ ਵੱਡੇ कारज ਜਿਹੜੇ ने हरमंदर साहब की ਜਿਹੜੀ ਸਥਾਪਨਾ अपने पिता गुरु रामदास महाराज जी के संकल्प ਨੂੰ उजागर किया, ਉਹਨੂੰ प्रगट किया। गुरबाणी रची, सुखमनी साहिब वर्गी आनंद देण वाली बाणी रची, उस बाणी का फल उस बाणी दे विच वर्णन किया। सो इउं गुरु अर्जन देव महाराज ने शहादत भी दती और सिखां नूं एक लाइन भी दती। सो अज वो पावन पवित्र दिहाड़ा है। तो शहीदां दी इस मुकद्दस धरती ते शहीदां दे सरताज, शहीदी प्रथा नूं आरंभ करन वाले, धर्म की सच्ची गवाही देण वाले और निर्वैर ते निरभौ गुरु श्री गुरु अर्जन देव महाराज नूं कोट कोट वार नमस्कार है। अरदास करिए अज दे दिन ते आपां सारे रल मिल के कि सच्चे पातशाह जिहो जिहा भयानक समा संसार ते आया, इस रोग नूं इस भयानक बीमारी नूं अपनी किरपा नाल अपनी दया दे नाल कट दिओ ते साडे औगणां नूं कट दिओ। साडे ते मिहर साडे ते बख्शिश दा भंडारा आप जी भरो। मैं नाही प्रभ सब किश तेरा, असीं इन्नी साडी औकात नहीं कि साडे विच कोई बल ताकत होवे। सो गुरु साहब जी दे ये वडियाई करदिआं कोई गलती भुल चुक रह गई होवे, गुरु साहब अते गुरु की संगत बख्शणयोग है। बुलाओ फतेह। वाहिगुरू जी का खालसा, वाहिगुरू जी की फतेह।